एवरीवन, सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 11ਵੀਂ ਕਲਾਸ ਦੀ ਇੰਗਲਿਸ਼ ਦੀ ਬੁੱਕ ਤੇ ਉਹਦਾ ਸੈਕੰਡ ਚੈਪਟਰ ਦ ਪੋਰਟਰੇਟ ਆਫ ਅ ਲੇਡੀ ਜੋ ਖੁਸ਼ਵੰਤ ਸਿੰਘ ਜੀ ਨੇ ਲਿਖਿਆ ਹੈ ਤੇ ਅੱਜ ਆਪਾਂ ਡਿਸਕਸ ਕਰਾਂਗੇ ਇਸ ਚੈਪਟਰ ਦੇ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ। ਤਾਂ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੇ ਕੁਐਸਚਨ ਆਨਸਰਸ ਹੈਗੇ ਨੇ ਉਹ ਹੈਗੇ ਨੇ ਸ਼ਾਰਟ ਟਾਈਪ ਕੁਐਸਚਨ ਆਨਸਰਸ। ਪਹਿਲਾ, whose portrait hung above the mantelpiece in the drawing room? Drawing room ਦੇ ਵਿੱਚ ਸ਼ੈਲਫ ਦੇ ਉੱਤੇ ਕਿਹਦਾ portrait, ਕਿਹਦੀ ਤਸਵੀਰ ਲਟਕੀ ਹੋਈ ਸੀ? Answer, it was the portrait of the author's grandfather that hung above the mantelpiece in the drawing room. ਦਾਦਾ ਜੀ ਦੀ ਤਸਵੀਰ ਲੱਗੀ ਹੋਈ ਸੀ ਉੱਥੇ। He wore, ਇੱਥੇ ਆਏਗਾ, a big turban and loose fitted clothes, ਢੀਲੇ ਜਿਹੇ ਕੱਪੜੇ ਉਹਨਾਂ ਨੇ ਪਾਏ ਹੋਏ ਸੀ ਤੇ ਇੱਕ ਵੱਡੀ ਜੀ ਦਸਤਾਰ ਬੰਨੀ ਹੋਈ ਸੀ। He had a long white beard ਤੇ ਲੰਬੀ ਚਿੱਟੀ ਦਾੜੀ ਸੀ। He looked at least 100 years old ਤੇ ਉਹਨਾਂ ਦੀ ਤਸਵੀਰ ਦੇ ਵਿੱਚ ਉਹਨਾਂ ਦੀ ਉਮਰ ਇਦਾਂ ਲੱਗ ਰਹੀ ਸੀ ਜਿਵੇਂ ਘੱਟੋ ਘੱਟ 100 ਸਾਲ ਬਜ਼ੁਰਗ ਹੋਣ। ਦੂਜਾ ਸਵਾਲ, what according to the author was absurd, ਅਜੀਬ and undignified on grandmother's part? ਮਤਲਬ ਦਾਦੀ ਦੇ ਉੱਤੇ ਕਿਹੜੀ ਗੱਲ ਉਹਨੂੰ ਇਹ ਲੱਗਦੀ ਸੀ ਵੀ ਇਹ ਟੁਕਵੀਂ ਨਹੀਂ ਬੈਠ ਰਹੀ, ਠੀਕ ਨਹੀਂ ਹੈ। Answer, grandmother often described the games she used to play in her childhood. ਦਾਦੀ ਅਕਸਰ ਗੱਲ ਕਰਦੀ ਸੀ ਵੀ ਬਚਪਨ ਦੇ ਵਿੱਚ ਜਦੋਂ ਛੋਟੀ ਸੀ, ਜਵਾਨ ਸੀ, ਉਹ ਕਹੀ ਜੇ ਖੇਡ ਖੇਡਦੇ ਸੀ। It seemed to the author absurd and undignified on her part. ਤੇ ਉਹ ਜਿਹੜੀ ਖੇਡਾਂ ਉਹ ਖੇਡਦੇ ਸੀ ਜਦੋਂ ਦੱਸਦੇ ਸੀ ਤਾਂ author ਨੂੰ, ਲੇਖਕ ਨੂੰ ਬੜਾ ਅਜੀਬ ਜਿਹਾ ਲੱਗਦਾ ਸੀ। It was so because as a child the author could not imagine his grandmother who was so old could ever have been young and pretty. ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਯਾਰ ਮਤਲਬ ਮੈਂ ਇਮੇਜਿਨ ਹੀ ਨਹੀਂ ਕਰ ਸਕਦਾ ਵੀ ਕਦੇ ਮੇਰੀ ਦਾਦੀ ਜੀ ਜੋ ਹੁਣ ਇੰਨੇ ਬਜ਼ੁਰਗ ਹੈਗੇ ਨੇ ਜਿਨ੍ਹਾਂ ਨੂੰ ਮੈਂ ਇੰਨੇ ਸਾਲਾਂ ਤੋਂ ਇਸੀ ਸਟੇਟ ਦੇ ਵਿੱਚ ਦੇਖਿਆ ਵੀ ਕਦੇ ਉਹ ਬਜ਼ੁਰਗ ਜਿਹੜੀ ਲੇਡੀ ਹੈ ਉਹ ਕਦੇ ਯੰਗ, ਜਵਾਨ, ਪ੍ਰਿਟੀ ਹੋਣਗੇ ਜਾਂ ਰਹੇ ਹੋਣਗੇ। ਤੀਜਾ ਸਵਾਲ, why did she say her prayer in a monotonous sing song? ਦਾਦੀ ਹਮੇਸ਼ਾ ਇੱਕੇ ਤਰੀਕੇ ਦੇ ਵਿੱਚ ਸਵੇਰ ਦੀ ਜਿਹੜੀ ਪ੍ਰੇਅਰ ਹੈ ਉਹ ਕਿਉਂ ਗਾਉਂਦੇ ਸੀ? Every day when grandmother got the author ready for school, she would keep saying her morning prayer all the time. ਜਦ ਦਾਦੀ author ਨੂੰ, ਲੇਖਕ ਨੂੰ ਉਠਾਉਂਦੇ ਸੀ ਸਵੇਰੇ ਤਾਂ ਆਪਣੀ ਸਵੇਰ ਦੀ ਜਿਹੜੀ ਪ੍ਰੇਅਰ ਹੈ ਉਹ ਕਰਦੇ ਰਹਿੰਦੇ ਸੀ। But she would say her prayer in a monotonous sing song, but ਇੱਕੇ ਤਰੀਕੇ ਦੇ ਵਿੱਚ ਉਹ ਗਾਉਂਦੇ ਸੀ ਪ੍ਰੇਅਰ ਨੂੰ। She did so with the hope that the author would listen and get to know it by heart. ਤੇ ਉਹ ਇਸ ਕਰਕੇ ਕਰਦੇ ਸੀ ਤਾਂ ਕਿ ਜਿਹੜੇ ਲੇਖਕ ਹੈ ਉਸ ਪ੍ਰੇਅਰ ਨੂੰ ਸੁਣਨ ਤੇ ਉਹਨਾਂ ਨੂੰ ਉਹ ਪ੍ਰੇਅਰ ਯਾਦ ਹੋ ਜੇ। ਚੌਥਾ ਕੁਐਸਚਨ, what did they have for breakfast? ਬ੍ਰੇਕਫਾਸਟ ਦੇ ਵਿੱਚ ਉਹ ਕੀ ਖਾਂਦੇ ਸੀ ਪਿੰਡ ਵਿੱਚ ਜਦ ਰਹਿੰਦੇ ਸੀ? For breakfast they used to have thick, ਮੋਟੀ, stale, ਪੁਰਾਣੀ ਚਪਾਤੀਜ਼ with some butter and sugar spread on it. ਯਾਨੀ ਬਟਰ, ਮੱਖਣ ਤੇ ਚੀਨੀ ਲਾ ਕੇ ਪੁਰਾਣੀ ਜਿਹੜੀ ਕੱਲ ਦੀ ਬਚੀ ਹੋਈ ਰੋਟੀ ਸੀ ਉਹ ਖਾਂਦੇ ਸੀ। ਫਿਫਥ ਕੁਐਸਚਨ, why did grandmother always go to school with the author? author ਲੇਖਕ ਨਾਲ ਦਾਦੀ ਸਕੂਲ ਕਿਉਂ ਜਾਂਦੇ ਸੀ ਹਮੇਸ਼ਾ? Grandmother always went to school with the author because the school was attached to a village temple. ਮਤਲਬ ਗੁਰਦੁਆਰੇ ਨਾਲ ਹੀ ਅਟੈਚ ਸੀ ਜਿਹੜਾ ਸਕੂਲ ਸੀ। While the author studied in the school, ਸਕੂਲ ਦੇ ਵਿੱਚ author ਪੜ੍ਹ ਰਹੇ ਹੁੰਦੇ ਸੀ, grandmother would read scriptures, ਮਤਲਬ religious ਕਿਤਾਬਾਂ ਪੜ੍ਹ ਰਹੇ ਹੁੰਦੇ ਸੀ ਟੈਂਪਲ ਦੇ ਵਿੱਚ। And after the school, grandmother and the author would come back home together. ਤੇ ਸਕੂਲ ਤੋਂ ਬਾਅਦ ਦਾਦੀ ਤੇ ਪੋਤਾ ਇਕੱਠੇ ਘਰ ਆ ਜਾਂਦੇ ਸੀ ਤੁਰ ਕੇ। The children in the village school were taught the alphabet. Did grandmother know the alphabet? ਬੱਚਿਆਂ ਨੂੰ alphabet ਪੜ੍ਹਾਏ ਜਾਂਦੇ ਸੀ ਤਾਂ ਦਾਦੀ, ਤੁਹਾਨੂੰ ਲੱਗਦਾ ਉਹਨਾਂ ਨੂੰ alphabets ਬਾਰੇ ਪਤਾ ਸੀ? ਤੇ ਮੈਂ ਤਾਂ ਕਹਾਂਗੀ yes, she knew the alphabet. ਉਹਨਾਂ ਨੂੰ ਪਤਾ ਸੀ। ਕਿਉਂ? ਕਿਉਂਕਿ she used to read the scriptures in the village temple. ਫਿਰ ਉਹ ਕਿਵੇਂ ਪੜ੍ਹਦੇ ਕਿਤਾਬਾਂ ਜਿਹੜੀਆਂ ਉਹ ਪੜ੍ਹ ਰਹੇ ਸੀ ਜਾਂ holy scriptures ਜੋ ਪੜ੍ਹ ਰਹੇ ਸੀ। ਅੱਗੇ, how did they feed the village dogs while returning home? ਘਰ ਨੂੰ ਵਾਪਸੀ ਵੇਲੇ ਉਹ ਵਿਲੇਜ ਦੇ, ਪਿੰਡ ਦੇ ਕੁੱਤਿਆਂ ਨੂੰ ਕਿਵੇਂ ਫੀਡ ਕਰਦੇ ਸੀ, ਰੋਟੀ ਪਾਉਂਦੇ ਸੀ? Every day in the morning before taking the author for school, grandmother would pack several stale chapatis for the village dogs. ਹਰ ਸਵੇਰ
ਉਹਨਾਂ ਨੂੰ ਲੇਖਕ ਨੂੰ ਸਕੂਲ ਲੈ ਜਾਣ ਤੋਂ ਪਹਿਲਾਂ ਦਾਦੀ ਬਹੁਤ ਸਾਰੀਆਂ ਜਿਹੜੀਆਂ ਬਚੀਆਂ ਹੋਈਆਂ ਪੁਰਾਣੀ ਰੋਟੀਆਂ ਸੀ ਉਹ ਪੈਕ ਕਰ ਲੈਂਦੇ ਸੀ ਪਿੰਡ ਦੇ ਵਿੱਚ ਕੁੱਤਿਆਂ ਨੂੰ ਪਾਣ ਦੇ ਲਈ। ਐਂਡ ਵਾਈਲ ਰਿਟਰਨਿੰਗ ਹੋਮ ਫਰਮ ਸਕੂਲ, ਤੇ ਸ਼ਾਮੀ ਜਾਂ ਦੁਪਹਿਰੇ ਜਦੋਂ ਸਕੂਲ ਤੋਂ ਵਾਪਸ ਆ ਰਹੇ ਹੁੰਦੇ ਸੀ, ਸ਼ੀ ਐਂਡ ਦੀ ਆਥਰ ਵੁੱਡ ਫੀਡ ਦ ਵਿਲੇਜ ਡੌਗਸ ਵਿਦ ਦੋਸ ਚਪਾਤੀਜ਼, ਤੇ ਉਹ ਤੇ ਜਿਹੜੇ ਲੇਖਕ ਨੇ ਉਹ ਕੁੱਤਿਆਂ ਨੂੰ ਰੋਟੀ ਪਾਉਂਦੇ ਹੋਏ ਆਉਂਦੇ ਸੀ ਰਸਤੇ ਵਿੱਚ। 8ਵਾਂ ਕੁਐਸਚਨ, that was the turning point in our friendship. What happened to the friendship? ਇਹ ਸਾਡੀ ਦੋਸਤੀ ਲਈ ਇੱਕ ਟਰਨਿੰਗ ਪੁਆਇੰਟ ਸੀ, ਇੱਕ ਮੋੜ ਆ ਗਿਆ ਸੀ ਦੋਸਤੀ ਦੇ ਵਿੱਚ, ਤੇ ਕੀ ਹੋਇਆ ਸੀ ਦੋਸਤੀ ਨੂੰ? While living in the village, grandmother used to accompany the author to his school. ਜਦੋਂ ਪਿੰਡ ਰਹਿੰਦੇ ਸੀ ਤਾਂ ਦਾਦੀ ਲੇਖਕ ਦੇ ਨਾਲ ਸਕੂਲ ਜਾਂਦੇ ਸੀ, ਹੈ ਨਾ, ਉੱਥੇ ਰਹਿੰਦੇ ਸੀ। Grandmother knew the alphabet, ਤੇ ਥੋੜਾ ਬਹੁਤ ਪੜ੍ਹ ਲਿਖ ਵੀ ਲੈਂਦੇ ਸੀ, ਉਹ ਪੜ੍ਹਾ ਲੈਂਦੇ ਸੀ। She helped the author in his studies, also ਪੜ੍ਹਾਈ ਲਿਖਾਈ ਵਿੱਚ ਉਹਦੀ ਮਦਦ ਕਰ ਦਿੰਦੇ ਸੀ। But in the city, she could neither accompany him to school nor help him in his studies. ਪਰ ਜਦੋਂ ਸ਼ਹਿਰ ਚਲੇ ਗਏ ਦੋਨੋਂ, ਤਾਂ ਨਾ ਤਾਂ ਉਹ ਉਹਦੇ ਨਾਲ ਸਕੂਲ ਜਾ ਸਕਦੇ ਸੀ ਤੇ ਨਾ ਹੀ ਉਹਦੀ ਪੜ੍ਹਾਈ ਵਿੱਚ ਮਦਦ ਕਰ ਸਕਦੇ ਸੀ। Their friendship did not remain as intimate as it was in the village. ਤੇ ਦੋਸਤੀ ਉਨੀ ਗੂੜੀ, ਉਨੀ ਪੱਕੀ, ਉਨੀ ਕੋਲ ਨਜ਼ਦੀਕ ਵਾਲੀ ਨਹੀਂ ਰਹੀ ਜਿਵੇਂ ਪਿੰਡ ਦੇ ਵਿੱਚ ਸੀ। ਅਗਲਾ ਸਵਾਲ, how did the author go to school in the city? ਸ਼ਹਿਰ ਆ ਕੇ author ਲੇਖਕ ਸਕੂਲ ਕਿਵੇਂ ਜਾਂਦੇ ਸੀ? In the village, the author used to go to school on foot with his grandmother. ਮਤਲਬ ਪਿੰਡ ਦੇ ਵਿੱਚ ਤਾਂ ਉਹ ਪੈਰ ਹੀ ਚੱਲ ਕੇ ਜਾਂਦੇ ਸੀ ਸਕੂਲ। There the school was situated not far from grandmother's house. ਤੇ ਉੱਥੋਂ ਸਕੂਲ ਜਿਹੜਾ ਹੈ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ ਪਿੰਡ ਦੇ ਵਿੱਚ। But in the city, the school was very far from the author's home. ਸਕੂਲ ਜਿਹੜਾ ਹੈ ਸ਼ਹਿਰ ਦੇ ਵਿੱਚ ਉਹ ਉਹਨਾਂ ਦੇ ਘਰ ਤੋਂ ਕਾਫੀ ਦੂਰ ਸੀ। So he would go to school in a motor bus in the city. ਤੇ ਉਹ ਬੱਸ ਦੇ ਵਿੱਚ ਸਕੂਲ ਜਾਂਦੇ ਸੀ। 10ਵਾਂ ਸਵਾਲ, why was grandmother unhappy about the school education in the city? ਸ਼ਹਿਰ ਦੇ ਵਿੱਚ ਸਕੂਲ ਦੀ ਪੜ੍ਹਾਈ ਨੂੰ ਲੈ ਕੇ ਦਾਦੀ ਜੀ ਨਾਖੁਸ਼ ਕਿਉਂ ਸੀ? In the city school, the children were taught lessons in science and music. ਸਕੂਲ ਦੇ ਵਿੱਚ ਨਾ ਬੱਚਿਆਂ ਨੂੰ ਸਾਇੰਸ ਪੜ੍ਹਾਈ ਜਾਂਦੀ ਸੀ, ਵਿਗਿਆਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ, ਮਿਊਜ਼ਿਕ ਪੜ੍ਹਾਇਆ ਜਾਂਦਾ ਸੀ। They were not given any religious education. ਤੇ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਧਰਮ ਬਾਰੇ ਕੋਈ ਗਿਆਨ ਨਹੀਂ ਦਿੱਤਾ ਜਾਂਦਾ ਸੀ। They were not taught any holy books or prayers. ਨਾ prayers ਕਰਾਈਆਂ ਜਾਂਦੀਆਂ ਸੀ, ਨਾ religious ਕਿਤਾਬਾਂ ਪੜ੍ਹਾਈਆਂ ਜਾਂਦੀਆਂ ਸੀ, ਨਾ ਗੁਰੂਆਂ ਬਾਰੇ ਗਿਆਨ ਦਿੱਤਾ ਜਾਂਦਾ ਸੀ। This was the reason that grandmother was unhappy about the school education in the city. ਤੇ ਇਹ ਕਾਰਨ ਸੀ ਜਿਸ ਕਰਕੇ ਦਾਦੀ ਜੀ ਨਾਖੁਸ਼ ਸੀ ਵੀ ਧਰਮ ਬਾਰੇ ਤਾਂ ਕੁਝ ਦੱਸ ਨਹੀਂ ਰਹੇ। ਅਗਲਾ ਸਵਾਲ 11ਵਾਂ, why did she feel disturbed when the author announced that they were being given music lessons at schools? ਤੇ ਦਾਦੀ ਨਾਖੁਸ਼ ਤੇ ਬੜੀ ਉਦਾਸ ਡਿਸਟਰਬ ਕਿਉਂ ਹੋ ਗਈ ਜਦ ਲੇਖਕ ਨੇ ਆ ਕੇ ਦੱਸਿਆ ਵੀ ਹੁਣ ਉਹਨਾਂ ਨੂੰ ਸਕੂਲ ਦੇ ਵਿੱਚ ਮਿਊਜ਼ਿਕ ਪੜ੍ਹਾਇਆ ਜਾਏਗਾ? According to grandmother, music had lewd association. ਮਤਲਬ ਮਿਊਜ਼ਿਕ ਨੂੰ ਚੰਗਿਆ ਨਹੀਂ ਮੰਨਿਆ ਜਾਂਦਾ ਸੀ, ਚੰਗੇ ਘਰ ਦੇ ਲੋਕ ਮਿਊਜ਼ਿਕ ਦੇ ਵਿੱਚ ਨਹੀਂ ਇਨਵੋਲਵ ਹੁੰਦੇ ਸੀ। She considered it the monopoly of harlots and beggars. ਵੀ ਚੰਗੇ ਘਰ ਦੇ ਜਿਹੜੇ ਲੋਕ ਹੈ ਉਹ ਨਹੀਂ ਇਨਵੋਲਵ ਹੁੰਦੇ, ਜਿਹੜੇ ਭਿਖਾਰੀ ਹੋ ਗਏ ਜਾਂ ਹੈਰਲੋਟਸ ਜੋ ਸਮਾਜ ਦੇ ਵਿੱਚ ਮਤਲਬ ਰਹਿਣ ਯੋਗ ਨਹੀਂ ਹੈਗੇ ਨੇ, ਕਈ ਵਾਰ ਉਹ ਗਾਉਂਦੇ ਨੇ। She believed that music was not meant for gentle folk. ਵੀ ਆਮ ਪੜ੍ਹੇ ਲਿਖੇ ਘਰਾਂ ਦੇ ਲੋਕ ਉਹਨਾਂ ਲਈ ਮਿਊਜ਼ਿਕ ਨਹੀਂ ਬਣਿਆ। This was the reason why she felt disturbed when the author announced that they were being given music lessons at schools. ਤੇ ਇਹੀ ਕਾਰਨ ਸੀ ਜਿਹਦੇ ਕਰਕੇ ਉਹ ਬੜੇ ਡਿਸਟਰਬ ਹੋ ਗਏ ਜਦ author ਨੇ ਦੱਸਿਆ ਵੀ ਸਾਨੂੰ ਮਿਊਜ਼ਿਕ ਪੜ੍ਹਾਇਆ ਜਾ ਰਿਹਾ ਸਕੂਲ ਦੇ ਵਿੱਚ। ਅੱਗੇ, when was the common link of friendship between the author and his grandmother broken? ਉਹ ਜਿਹੜਾ common link ਸੀ ਇੱਕ, ਉਹ ਕਦ ਟੁੱਟ ਗਿਆ ਲੇਖਕ ਤੇ ਉਹਦੇ ਦਾਦੀ ਦੇ ਵਿਚਕਾਰ? The common link of friendship between the author and his grandmother was broken, ਜਾਂ ਤੁਸੀਂ ਕਹਿ ਸਕਦੇ ਹੋ broke, ਜੇ ਕੱਲਾ broke ਲਿਖਣਾ ਹੈ, when the author went to a university. ਜਦ author university ਗਏ ਤਾਂ ਉਹ ਲਿੰਕ ਟੁੱਟ ਗਿਆ। He was given a room of his own. ਉਹਨਾਂ ਨੂੰ ਇੱਕ ਅਲੱਗ ਕਮਰਾ ਮਿਲ ਗਿਆ ਸੀ। Grandmother accepted her seclusion calmly. ਤੇ ਉਹਨਾਂ ਨੇ ਉਹ ਇਕੱਲੇ ਰਹਿਣਾ ਉਹਨੂੰ accept ਕਰ ਲਿਆ ਸੀ ਵੀ ਹੁਣ ਮੇਰੀ ਉਮਰ ਹੋ ਗਈ ਹੈ ਵੀ ਹੁਣ ਮੈਂ ਇਕੱਲੇ ਹੀ ਰਹਿਣਾ, ਸਾਰੇ ਆਪਣੇ ਰੁਝੇਵੇਂ ਵਿੱਚ ਬਿਜ਼ੀ ਹੈਗੇ ਨੇ। Now she would spend most of her time in spinning wheel. ਚਰਖਾ ਚਲਾਉਣ ਦੇ ਵਿੱਚ ਉਹ ਆਪਣਾ ਜ਼ਿਆਦਾ ਟਾਈਮ ਬਤੀਤ ਕਰਦੇ ਸੀ। ਅੱਗੇ,
What did grandmother do from sunrise to sunset? मतलब सूरज उगन तो लेके ढलन तक वो की करते रहंदे सी. When the author joined the university and was given a separate room for him, grandmother started spending most of her time in spinning wheel. ਤੇ ਉਹਨਾਂ ਨੇ ਚਰਖਾ ਕੱਤਣ ਦੇ ਵਿੱਚ ਹੀ ਆਪਣਾ ਸਮਾਂ ਜਿਹੜਾ ਉਹ ਬਿਤਾਉਣਾ ਸ਼ੁਰੂ ਕਰਤਾ ਸੀ. From sunrise to sunset, she would sit by the wheel, spinning and reciting prayers. ਸਵੇਰ ਤੋਂ ਲੈ ਕੇ ਸੂਰਜ ਬਾਹਰ ਆਉਣ ਤੋਂ ਲੈ ਕੇ ਢਲਣ ਤੱਕ ਉਹ ਚਰਖਾ ਕੱਟਦੇ ਰਹਿੰਦੇ ਸੀ ਤੇ ਨਾਲ ਦੀ ਨਾਲ religious prayers ਗਾਉਂਦੇ ਰਹਿੰਦੇ ਸੀ. She would rarely leave her spinning wheel to talk to anyone. ਤੇ ਮਤਲਬ ਬਹੁਤ ਵੱਧ ਘੱਟ ਹੀ ਹੁੰਦਾ ਸੀ ਜਦੋਂ ਸਪਿਨਿੰਗ ਵੀਲ ਛੱਡਦੇ ਸੀ ਕਿਸੇ ਨਾਲ ਗੱਲਬਾਤ ਕਰਨ ਲਈ, ਵਰਨਾ ਆਪਣੇ ਵਿੱਚ ਹੀ ਰੁੱਝੇ ਰਹਿੰਦੇ ਸੀ. ਅਗਲਾ, what took the place of village dogs in grandmother's life in the city? ਮਤਲਬ ਉਹ ਪਹਿਲਾਂ ਤਾਂ ਪਿੰਡ ਦੇ ਕੁੱਤਿਆਂ ਨੂੰ ਰੋਟੀ ਪਾਉਂਦੇ ਸੀ ਤੇ ਹੁਣ ਸ਼ਹਿਰ ਆ ਕੇ ਕੁੱਤਿਆਂ ਦੀ ਥਾਂ ਤੇ ਉਹਨਾਂ ਨੇ ਕਿਸ ਨੂੰ ਰੋਟੀ ਪਾਣਾ ਸ਼ੁਰੂ ਕਰਤਾ ਸੀ? ਕੁੱਤਿਆਂ ਦੀ ਜਿਹੜੀ ਕਮੀ ਸੀ ਉਹ ਕੌਣ ਪੂਰਾ ਕਰ ਰਿਹਾ ਸੀ? Sparrows took the place of village dogs in her life in the city. ਸ਼ਹਿਰ ਆ ਕੇ sparrows ਚਿੜੀਆਂ ਨੂੰ ਰੋਟੀ ਪਾਣੀ ਉਹਨਾਂ ਨੇ ਸ਼ੁਰੂ ਕਰਤੀ ਸੀ ਜਿਨ੍ਹਾਂ ਨੇ ਕੁੱਤਿਆਂ ਦੀ ਥਾਂ ਲੈ ਲਈ ਸੀ. Grandmother would daily feed the sparrows with breadcrumbs. तो bread ਦੇ ਛੋਟੇ ਛੋਟੇ ਟੁਕੜੇ ਜਿਹੜੇ ਨੇ ਦਾਦੀ ਰੋਜ਼ sparrows ਨੂੰ ਪਾਉਂਦੀ ਸੀ. She would feed them very lovingly. ਬੜੇ ਪਿਆਰ ਨਾਲ ਉਹਨਾਂ ਨੂੰ ਰੋਟੀ ਪਾਈ ਜਾਂਦੀ ਸੀ. Hundreds of sparrows collected around her. ਤੇ ਉਹਨਾਂ ਦੇ ਆਲੇ ਦੁਆਲੇ 100 ਦੀ ਗਿਣਤੀ ਵਿੱਚ ਜਿਹੜੀ sparrows ਨੇ ਪੰਛੀ ਨੇ ਉਹ ਆ ਕੇ ਬੈਠ ਜਾਂਦੇ ਸੀ. But she never shooed them away. ਪਰ ਉਹ ਉਹਨਾਂ ਨੂੰ ਕਦੇ ਵੀ ਪਰਾਂ ਨੂੰ ਸ਼ੁਕ ਕਰਕੇ ਭਜਾਂਦੀ ਨਹੀਂ ਸੀ, ਕਹਿਣ ਦਾ ਮਤਲਬ. ਅੱਗੇ, what could have been the cause of grandmother's falling ill? ਦਾਦੀ ਜੀ ਬਿਮਾਰ ਹੋ ਗਈ, ਉਹਦਾ ਕੀ ਕਾਰਨ ਰਿਹਾ ਹੋਣਾ? When the author came back from abroad, जब विदेशों author वापस आए, she celebrated his homecoming in her own way. ਤੇ ਉਹਨਾਂ ਨੇ ਉਹਨਾਂ ਦਾ ਵਾਪਸ ਆਣਾ ਆਪਣੇ ਤਰੀਕੇ ਦੇ ਵਿੱਚ ਉਸ ਨੂੰ ਮਨਾਇਆ. She collected the women of her neighborhood. ਉਹਨਾਂ ਨੇ ਆਲੇ ਦੁਆਲੇ ਦੀ ਜਿਹੜੀ ਔਰਤਾਂ ਨੇ ਉਹਨਾਂ ਨੂੰ ਇਕੱਠਾ ਕੀਤਾ. Got a drum and started singing. ਇੱਕ ਡਰਮ ਲਿਆ ਤੇ ਗਾਣਾ ਸ਼ੁਰੂ ਕਰਤਾ. Grandmother overstrained herself in thumping the drum and singing. That was why she fell ill. ਤੇ ਦਾਦੀ ਜੀ ਨੇ ਉਹ ਡਰਮ ਮਾਰਦੇ ਮਾਰਦੇ ਤੇ ਗਾਉਂਦੇ ਗਾਉਂਦੇ ਗੀਤ ਆਪਣੇ ਆਪ ਨੂੰ ਜ਼ਿਆਦਾ ਐਗਜ਼ੌਸਟ ਕਰ ਲਿਆ, ਥਕਾ ਲਿਆ, ਜਿਹਦੇ ਕਰਕੇ ਉਹ ਬਿਮਾਰ ਹੋ ਗਏ. ਅੱਗੇ, how did the sparrows show that they had not come for the bread last day? ਮਤਲਬ ਅਖੀਰਲੇ ਦਿਨ ਜਦ ਪੰਛੀ ਆਏ ਤਾਂ ਉਹਨਾਂ ਨੇ ਕਿਵੇਂ ਪ੍ਰੂਵ ਕੀਤਾ ਵੀ ਉਹ ਰੋਟੀ ਜਾਂ ਬ੍ਰੈਡ ਖਾਣ ਨਹੀਂ ਆਏ? Grandmother was lying dead in her room. ਦਾਦੀ ਜੀ ਮਰੀ ਪਈ ਸੀ ਆਪਣੇ ਕਮਰੇ ਦੇ ਵਿੱਚ. A large number of sparrows came and sat all around her. मतलब बहुत सारे हजारों की गिनती में sparrows पंछी आके उन्हां दे आले दुआले बैठ गए. The author's mother threw crumbs to them, but the sparrows didn't eat them. ਤਾਂ ਮਾਤਾ ਜੀ ਨੇ ਆਕੇ ਲੇਖਕ ਦੇ ਉਹਨਾਂ ਨੂੰ ਰੋਟੀ ਮਤਲਬ ਬ੍ਰੈਡ ਦੇ ਟੁਕੜੇ ਪਾਏ ਜਿਵੇਂ ਦਾਦੀ ਪਾਉਂਦੀ ਸੀ, ਬਟ ਉਹਨਾਂ ਨੇ ਉਹ ਟੁਕੜੇ ਨਹੀਂ ਖਾਦੇ. When the dead body was carried off for cremation, the sparrows also flew away in silence. ਜਦ ਦਾਦੀ ਜੀ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਜਿਹੜੇ ਪੰਛੀ ਸੀ ਉਹ ਵੀ ਸ਼ਾਂਤੀ ਨਾਲ ਉੱਡ ਗਏ, ਉਹਨਾਂ ਨੇ ਕੋਈ ਆਵਾਜ਼ ਨਹੀਂ ਕੀਤੀ. It clearly shows that they had not come for the bread. ਤੇ ਪ੍ਰੂਫ ਕਰਦਾ ਵੀ ਉੱਥੇ ਉਸ ਟਾਈਮ ਰੋਟੀ ਲੈਣ ਨਹੀਂ ਆਏ ਸੀ. ਅੱਗੇ ਹੈਗੇ ਨੇ ਲੌਂਗ ਆਨਸਰ ਟਾਈਪ ਕੁਐਸਚਨਸ. ਪਹਿਲਾ ਸਵਾਲ ਹੈਗਾ, grandmother had always been short and fat and slightly bent. Is this true in the light of what is said in the first paragraph? What information in the first paragraph would you cite in support of your answer? ਜਿਵੇਂ ਲੇਖਕ ਨੇ ਕਿਹਾ ਵੀ ਦਾਦੀ ਜੀ ਸ਼ੁਰੂ ਤੋਂ ਛੋਟੇ ਕੱਦ ਦੇ, ਥੋੜੇ ਭਾਰੀ ਤੇ ਹਲਕੇ ਜਿਹੇ ਝੁਕੇ ਹੋਏ ਸੀ, ਵੀ ਇਹ ਗੱਲ ਕੀ ਸੱਚ ਹੈਗੀ ਹੈ ਫਰਸਟ ਪੈਰਾਗ੍ਰਾਫ ਦੇ ਵਿੱਚ ਜੋ ਕਹੀ ਗਈ ਹੈ? ਜੋ ਵੀ ਤੁਸੀਂ ਹਾਂ ਜਾਂ ਨਾ ਕਹੋਗੇ ਉਹਨੂੰ ਪ੍ਰੂਵ ਕਰਿਓ, ਸਪੋਰਟ ਕਰਿਓ ਆਪਣੇ ਆਨਸਰ ਨੂੰ. Uttar, in the chapter The Portrait of a Lady, the author Khushwant Singh describes the physical appearance of his grandmother. ਮਤਲਬ ਇਹ ਜਿਹੜਾ ਚੈਪਟਰ ਹੈ ਇਹਦੇ ਵਿੱਚ ਦਾਦੀ ਕਿਹੇ ਜੇ ਦਿਖਦੇ ਸੀ ਉਹਦੇ ਬਾਰੇ ਦੱਸਿਆ ਗਿਆ. He says that his grandmother was terribly old. ਤੇ ਉਹ ਕਹਿੰਦੇ ਵੀ ਮੇਰੀ ਦਾਦੀ ਬਹੁਤ ਹੀ ਬਜ਼ੁਰਗ ਸੀ. He says that grandmother had always been short and fat and slightly bent. ਵੀ ਸ਼ੁਰੂ ਤੋਂ ਹੀ ਉਹ ਛੋਟੇ ਕੱਦ ਦੇ, ਥੋੜੇ ਭਾਰੀ ਤੇ ਥੋੜੇ ਮੁੜੇ ਹੋਏ ਸੀ ਸ਼ੁਰੂ ਤੋਂ ਹੀ.
He further says that people said that she had been once young and pretty. ਵੀ ਉਹ ਕਦੇ ਸੋਹਣੇ ਦਿਖਦੇ ਸੀ, young ਸੀ। ਮੈਂ pretty ਤੇ beautiful ਵਿੱਚ ਫਰਕ ਤੁਹਾਨੂੰ ਚੈਪਟਰ ਐਕਸਪਲੇਨ ਕਰਦੇ ਹੋਏ ਦੱਸਿਆ ਸੀ ਵੀ ਕਦੇ ਉਹ ਖੂਬਸੂਰਤ ਸੀ, ਕਦੇ ਉਹ ਜਵਾਨ ਸੀ, ਲੋਕ ਕਹਿੰਦੇ ਸੀ। but the author finds it hard to believe, but ਉਹਨਾਂ ਨੂੰ ਯਕੀਨ ਨਹੀਂ ਹੁੰਦਾ। ਇਮੈਜਿਨ ਕਰਨਾ ਮੁਸ਼ਕਲ ਹੈ ਕਿਉਂਕਿ ਸ਼ੁਰੂ ਤੋਂ ਦਾਦੀ ਨੂੰ ਇਦਾਂ ਹੀ ਦੇਖਿਆ। he says that he had known her for 20 years and she had always looked the same, short and slightly bent. ਤੇ ਉਹ ਕਹਿੰਦੇ ਮੈਂ ਤਾਂ ਦਾਦੀ ਨੂੰ 20 ਸਾਲਾਂ ਤੋਂ ਦੇਖਿਆ ਤੇ ਉਹ ਹਮੇਸ਼ਾ ਤੋਂ ਇਦਾਂ ਹੀ ਦਿਖਾਈ ਦਿੰਦੇ ਸੀ, ਛੋਟੇ ਜਿਹੇ ਕੱਦ ਦੇ, ਮੁੜੇ ਹੋਏ, ਝੁਕੇ ਹੋਏ। ਪਰ ਅਸਲੀਅਤ ਇਹ ਹੈ, it is not true. The very first paragraph of the chapter tells us that she was once young and pretty. ਇਹ ਸੱਚ ਨਹੀਂ ਹੈ ਕਿਉਂਕਿ ਪਹਿਲਾ ਪੈਰਾਗ੍ਰਾਫ ਸਾਨੂੰ ਦੱਸਦਾ ਵੀ ਕਦੇ ਉਹ ਜਵਾਨ ਵੀ ਤਾਂ ਰਹੇ ਹੋਣਗੇ ਨਾ, ਤਾਂ ਹੀ ਬਜ਼ੁਰਗ ਹੋਏ, ਕਦੇ ਪ੍ਰਿਟੀ ਵੀ ਰਹੇ ਹੋਣਗੇ, ਸੋਹਣੇ ਦੇਖਣ ਨੂੰ ਵੀ ਰਹੇ ਹੋਣਗੇ। In this passage, we come to know that grandmother often told the author about the games she used to play in her childhood. ਤੇ ਇੱਥੇ ਉਹ ਇਹ ਵੀ ਦੱਸਦੇ ਨੇ ਵੀ ਬਚਪਨ ਦੇ ਵਿੱਚ ਕਿਹੜੇ-ਕਿਹੜੇ ਖੇਡ ਉਹ ਖੇਡਦੇ ਸੀ। This shows that the author's grandmother had not always been short, fat and slightly bent. ਇਹ ਪ੍ਰੂਵ ਕਰਦਾ ਹੈ ਵੀ ਛੋਟੇ ਹੁੰਦੇ ਉਹ ਖੇਡਦੇ ਰਹੇ ਨਾ, ਤਾਂ ਉਹ ਹਮੇਸ਼ਾ ਤੋਂ ਇਹ ਛੋਟੇ ਕੱਦ ਦੇ, ਮੋਟੇ ਤੇ ਝੁਕੇ ਹੋਏ ਨਹੀਂ ਸੀ, ਉਹ ਬਜ਼ੁਰਗ ਹੋ ਕੇ ਇਹ ਜਿਹੇ ਬਣੇ ਸੀ। ਅਗਲਾ, how would grandmother prepare the author for school? ਸਕੂਲ ਜਾਣ ਲਈ ਦਾਦੀ ਕਿਵੇਂ ਤਿਆਰ ਕਰਦੀ ਸੀ ਲੇਖਕ ਨੂੰ? The author's grandmother would wake him up in the morning to get him ready for school. ਉਹਨਾਂ ਨੂੰ ਸਵੇਰੇ ਉਠਾਉਂਦੇ ਸੀ ਸਕੂਲ ਜਾਣ ਲਈ, ਤਿਆਰ ਕਰਨ ਲਈ। She would bathe him and dress him up for school. ਉਹਨਾਂ ਨੂੰ ਨਲਾਉਂਦੇ ਸੀ, ਸਕੂਲ ਜਾਣ ਲਈ ਤਿਆਰ ਕਰਦੇ ਸੀ, ਯੂਨੀਫਾਰਮ ਪਹਿਨਾਉਂਦੇ ਸੀ। All the time she would keep saying her morning prayers. ਤੇ ਉਸ ਵੇਲੇ ਤਿਆਰ ਕਰਦੇ ਹੋਏ ਉਹ ਆਪਨੂੰ ਰੱਬ ਨੂੰ ਯਾਦ ਕਰਦੇ ਸੀ, ਆਪਣੀ ਪ੍ਰੇਅਰ ਗਾਉਂਦੇ ਸੀ। She would say her prayer in a monotonous sing song. ਮਤਲਬ ਇੱਕੋ ਤਰੀਕੇ ਦੇ ਵਿੱਚ ਉਹ ਪ੍ਰੇਅਰ ਗਾਉਂਦੇ ਹੁੰਦੇ ਸੀ। She did so with the hope that the author would listen and get to learn it by heart. ਉਹ ਇਸ ਕਰਕੇ ਗਾਉਂਦੇ ਸੀ ਵੀ ਚਲੋ ਇਹ ਜਿਹੜਾ ਲੇਖਕ ਹੈ ਕੁਝ ਚੰਗਾ ਸਿੱਖੇਗਾ, ਯਾਦ ਕਰੇਗਾ। She would wash his wooden slate and plaster it with yellow chalk. ਉਹ ਜਿਹੜਾ ਸਲੇਟ ਜਿਹਦੇ ਵਿੱਚ ਉਹ ਲਿਖਦੇ ਸੀ, ਪੜ੍ਹਦੇ ਸੀ, ਉਹ ਉਹਨਾਂ ਨੂੰ ਤਿਆਰ ਕਰਕੇ ਰੱਖਦੇ ਸੀ। She would tie a tiny earthen ink pot and a reed pen in a bundle. मतलब एक गुच्छे दे विच वो wooden slate होगी, ink pot हो गया, earthen यानी मिट्टी दा ink दा pot हो गया, reed pen वो जेड़ा लक्कड़ दा पेन हुंदा है या पेंसिल जिन्हों आपां ब्लेड दे नाल तिखा नहीं करदे, ओहो सारा इकट्ठा करके पैक करदे सी। Then she would give the author a thick slate ਸਟੇਲ ਚਪਾਤੀ ਢੂਈ ਤੋਂ ਉਸ ਤੋਂ ਬਾਅਦ ਸਵੇਰੇ ਉਹ ਉਹਨਾਂ ਨੂੰ ਪੁਰਾਣੀ ਮੋਟੀ ਜੀ ਇੱਕ ਰੋਟੀ ਦਿੰਦੇ ਸੀ। She would spread on it some butter and sugar, ਜਿਹਦੇ ਉੱਤੇ ਮੱਖਣ ਤੇ ਚੀਨੀ ਲਾ ਕੇ ਰੋਲ ਕਰਕੇ ਉਹਨੂੰ ਦਿੰਦੇ ਸੀ। Then after breakfast she would hand the bundle to the author and walk with him to school. ਤੇ ਉਸ ਤੋਂ ਬਾਅਦ ਉਹਦਾ ਸਮਾਨ ਉਹਨਾਂ ਨੂੰ ਦੇ ਕੇ ਉਹ ਸਕੂਲ ਵੱਲ ਨੂੰ ਦੋਨੋਂ ਚਲੇ ਜਾਂਦੇ ਸੀ। ਤੀਜਾ ਸਵਾਲ, grandmother is portrayed as a very religious woman. What details in the story create that impression? ਵੀ ਦਾਦੀ ਜੀ ਦਿਖਾਈ ਗਈ ਹੈ ਵੀ ਉਹ ਬਹੁਤ ਇੱਕ ਧਾਰਮਿਕ ਲੇਡੀ ਹੈਗੀ ਆ, ਵੀ ਕਿਹੜੀ ਗੱਲਾਂ ਤੋਂ ਸਾਨੂੰ ਕਹਾਣੀ 'ਚ ਇਹ ਪੜ੍ਹ ਕੇ ਲੱਗਦਾ ਹੈ? The author's grandmother was a deeply religious lady. ਉਹ ਬਹੁਤ ਧਾਰਮਿਕ ਇਨਸਾਨ ਸੀ। She spent most of her time saying prayers and telling beads. ਮਤਲਬ ਉਹ ਮਾਲਾ ਜਿਹੜੀ ਉਹਨੂੰ ਪਿਰਾਉਂਦੇ ਰਹਿੰਦੇ ਸੀ ਤੇ ਹਮੇਸ਼ਾ ਰੱਬ ਨੂੰ ਯਾਦ ਕਰਦੇ ਰਹਿੰਦੇ ਸੀ। She was fond of reading the scriptures also, ਤੇ religious ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਰੱਖਦੇ ਸੀ। She would spend whole day in the temple of the village. ਪੂਰਾ ਦਿਨ ਜਦ ਬੱਚਾ ਪੜ੍ਹ ਰਿਹਾ ਹੁੰਦਾ ਸੀ ਉਹ ਜਾ ਕੇ ਗੁਰਦੁਆਰੇ ਵਿੱਚ ਆਪਣਾ ਸਮਾਂ ਕੱਟਦੇ ਸੀ। When the author was sent to an English school, she was unhappy because children were not given any religious education there. ਤੇ ਸ਼ਹਿਰ ਆ ਕੇ ਜਦੋਂ author ਲੇਖਕ ਇੰਗਲਿਸ਼ ਦੇ ਸਕੂਲ ਗਿਆ ਤਾਂ ਬਹੁਤ ਨਾ ਖੁਸ਼ ਹੋਏ ਕਿਉਂਕਿ ਉਸ ਸਕੂਲ ਦੇ ਵਿੱਚ ਧਰਮ ਬਾਰੇ ਕੁਝ ਪੜ੍ਹਾਇਆ ਨਹੀਂ ਜਾਂਦਾ ਸੀ। It was because of her religious nature that she fed birds and animals. ਤੇ ਇਸੀ religious nature ਕਰਕੇ, ਆਦਤ ਕਰਕੇ ਉਹ ਪੰਛੀਆਂ ਨੂੰ, ਜਾਨਵਰਾਂ ਨੂੰ ਰੋਟੀ ਪਾਉਂਦੇ ਸੀ। Her inner peace was also because of this. ਤੇ ਮਨ ਦੀ ਜਿਹੜੀ ਸ਼ਾਂਤੀ ਹੈ ਵੀ ਇਕੱਲੇ ਰਹਿਣਾ, ਕਿਸੇ ਨੂੰ ਕੁਝ ਕਹਿਣਾ ਨਹੀਂ, ਜ਼ਿਆਦਾ ਨਹੀਂ ਬੋਲਣਾ, ਉਹ ਇਸੇ religion ਕਰਕੇ ਹੀ ਸੀ। She remained calm and showed no emotion when the author left
ਫॉर ਅਬਰੋਡ ਫॉर 5 years। ਜੇ ਜਦ ਆਥਰ ਲੇਖਕ ਬਾਹਰ ਚਲੇ ਗਏ 5 ਸਾਲਾਂ ਲਈ ਪੜ੍ਹਨ ਲਈ, ਉਹਨਾਂ ਨੇ ਕੋਈ ਇਮੋਸ਼ਨਸ ਨਹੀਂ ਦਿਖਾਏ। Like all great persons of religion, she knew when her end was near। ਤੇ ਜਿਵੇਂ ਵੱਡੇ ਵੱਡੇ ਵਿਦਵਾਨਾਂ ਨੂੰ ਪਤਾ ਹੁੰਦਾ ਵੀ ਹੁਣ ਮੇਰਾ ਅੰਤ ਆ ਗਿਆ, ਵੀ ਹੁਣ ਮੈਂ ਹੋਰ ਨਹੀਂ ਜੀਣਾ, ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਵੀ ਹੁਣ ਖਤਮ ਹੈ ਜ਼ਿੰਦਗੀ। Now she did not want to waste her little time in talking to anyone। ਤੇ ਹੁਣ ਉਹ ਆਪਣਾ ਸਮਾਂ ਵਿਅਸਤ ਨਹੀਂ, ਬਰਬਾਦ ਨਹੀਂ ਕਰਨਾ ਚਾਹੁੰਦੇ ਨਹੀਂ ਸੀ ਕਿਸੇ ਨਾਲ ਗੱਲ ਕਰਕੇ। She kept saying her prayers and telling the beads till her last breath। ਤੇ ਅਖੀਰਲੀ ਸਾਂਸ ਤੱਕ ਉਹ ਆਪਾਂ ਇਹ ਕਹਿ ਸਕਦੇ ਹਾਂ ਆਪਣੀ ਪ੍ਰੇਅਰਸ ਗਾਉਂਦੇ ਰਹੇ ਤੇ ਨਾਲ ਦੀ ਨਾਲ ਮਾਲਾ ਪਿਰੋਂਦੇ ਰਹੇ ਜਾਂ ਜਪਦੇ ਰਹੇ। ਅੱਗੇ, grandmother has been portrayed as a kind woman। What details in the story illustrate this? ਮਤਲਬ ਦਾਦੀ ਨੂੰ ਦਰਸਾਇਆ ਗਿਆ ਵੀ ਉਹ ਬਹੁਤ ਦਿਆਲੂ ਇੱਕ ਲੇਡੀ ਹੈਗੀ ਹੈ। ਕਹਾਣੀ ਵਿੱਚ ਕਿਹੜੀ ਡਿਟੇਲਸ ਹੈਗੀ ਹੈ ਜੋ ਇਸ ਚੀਜ਼ ਨੂੰ ਪ੍ਰੂਵ ਕਰਦੀ ਹੈ? The author's grandmother had a truly kind heart। ਵੀ ਉਹਨਾਂ ਦਾ ਸੱਚੀ ਇੱਕ ਵਧੀਆ ਦਿਲ ਸੀ ਲੇਖਕ ਦੇ ਦਾਦੀ ਦਾ। Her love for the author is no proof of her kindness। ਮਤਲਬ ਇਹ ਪ੍ਰੂਫ ਨਹੀਂ ਹੈ ਕਾਈਂਡਨੈਸ ਦਾ, ਦਿਆਲਤਾ ਦਾ, ਵੀ ਉਹਨਾਂ ਦਾ ਕਿੰਨਾ ਪਿਆਰ ਸੀ ਪੋਤੇ ਲਈ। Every grandmother loves her grandchild। ਹਰ ਦਾਦੀ ਨੂੰ ਆਪਣਾ ਪੋਤਾ ਪੋਤੀ ਪਸੰਦ ਹੁੰਦੀ ਹੈ। The real proof of the old lady's kindness lies in her love for animals and birds। ਅਸਲੀ ਜਿਹੜੀ ਦਿਆਲਤਾ ਹੈ ਉਹ ਤਾਂ ਦਿਖਾਈ ਦਿੰਦੀ ਹੈ ਜੋ ਉਹਨਾਂ ਨੇ ਕੀਤਾ ਜਾਨਵਰਾਂ ਲਈ, ਪੰਛੀਆਂ ਲਈ ਜੋ ਕਰਦੇ ਸੀ। As long as she lived in the village, she used to feed the dogs with stale chapatis। ਜਿੰਨੀ ਦੇਰ ਪਿੰਡ ਰਹਿੰਦੇ ਸੀ ਕੁੱਤਿਆਂ ਨੂੰ ਪੁਰਾਣੀ ਰੋਟੀ ਪਾ ਦਿੰਦੇ ਸੀ। And when she came to the city, she took to feeding the sparrows। ਤੇ ਸ਼ਹਿਰ ਆ ਕੇ ਉਹਨਾਂ ਨੇ ਕੰਮ ਬੰਦ ਨਹੀਂ ਕੀਤਾ, ਸਗੋਂ ਪੰਛੀਆਂ ਨੂੰ ਰੋਟੀ ਪਾਣੀ ਸ਼ੁਰੂ ਕਰਤੀ। She took great delight in it। ਉਹਨਾਂ ਨੂੰ ਇਸ ਕੰਮ ਨੂੰ ਕਰਨ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਸੀ। The sparrows would perch on her legs, shoulders and even on her head। ਮਤਲਬ ਆ ਕੇ ਜਿਹੜੇ ਪੰਛੀ ਹੈ ਉਹ ਉਹਨਾਂ ਦੀ ਲੱਤਾਂ ਤੇ ਉਹਨਾਂ ਦੇ ਮੋਢਿਆਂ ਤੇ ਬੈਠ ਜਾਂਦੇ ਸੀ ਤੇ ਉੱਥੇ ਤੱਕ ਕਿ ਉਹਨਾਂ ਦੇ ਸਿਰ ਤੇ ਵੀ ਬੈਠ ਜਾਂਦੇ ਸੀ। But the old women never shooed them away। ਪਰ ਉਹ ਕਦੇ ਵੀ ਉਹਨਾਂ ਨੂੰ ਭਜਾਉਂਦੇ ਨਹੀਂ ਸੀ ਵੀ ਪਰੇ ਹੋ ਜਾਓ। The little birds were full of grief when their foster mother passed। ਤੇ ਪੰਛੀ ਜਿਹੜੇ ਨੇ ਇਹ ਦੁੱਖ ਦੇ ਨਾਲ ਬਹੁਤ ਜ਼ਿਆਦਾ ਭਰ ਗਏ ਸੀ, ਆਪਣੀ ਦੁੱਖ ਨੂੰ ਜ਼ਾਹਿਰ ਕਰਨ ਵੀ ਆਏ ਸੀ ਜਦ ਉਹਨਾਂ ਦੇ ਫੋਸਟਰ ਮਦਰ ਕਹਿਣ ਦਾ ਮਤਲਬ ਜਿਨ੍ਹਾਂ ਨੇ ਉਹਨਾਂ ਨੂੰ ਵੱਡਾ ਕੀਤਾ, ਕਿਉਂਕਿ ਰੋਟੀ ਪਾ ਕੇ, ਮਤਲਬ ਜਨਮ ਦੇਣ ਵਾਲੀ ਨਹੀਂ, ਜਿਨ੍ਹਾਂ ਨੇ ਉਹਨਾਂ ਨੂੰ ਰੇਜ਼ ਕੀਤਾ, ਉਹ ਮਦਰ ਦੀ ਜਦ ਮੌਤ ਹੋ ਗਈ ਤਾਂ ਉਹ ਉਦਾਸੀ ਪ੍ਰਗਟ ਕਰਨ ਵੀ ਉੱਥੇ ਆਏ ਸੀ। All this shows that the author's grandmother was really a kind-hearted lady। ਇਹ ਸਭ ਪ੍ਰੂਫ ਕਰਦਾ ਹੈ ਵੀ ਹਾਂ ਪੰਛੀ ਵੀ ਉਦਾਸ ਹੋ ਕੇ ਆਏ ਸੀ, ਵੀ ਉਹ ਬਹੁਤ ਦਿਆਲੂ ਔਰਤ ਸੀ। ਅਗਲਾ ਪ੍ਰਸ਼ਨ, what was grandmother's daily routine in the city? ਸ਼ਹਿਰ ਆ ਕੇ ਉਹਨਾਂ ਦਾ ਰੂਟੀਨ ਕੀ ਸੀ? From sunrise to sunset, grandmother would sit by her wheel, spinning and reciting her prayers। ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਚਰਖੇ ਕੋਲ ਬੈਠੇ ਹੋਏ ਆਪਣੇ ਪ੍ਰੇਅਰਸ ਗਾਉਂਦੇ ਸੀ, ਚਰਖਾ ਕੱਤਦੇ ਸੀ। Only in the afternoon she would relax a little when she fed sparrows with little bits of bread। ਸਿਰਫ ਦੁਪਹਿਰ ਵੇਲੇ ਥੋੜਾ ਟਾਈਮ ਉਹ ਆਫ ਲੈਂਦੇ ਸੀ ਜਦ ਪੰਛੀਆਂ ਨੂੰ ਰੋਟੀ ਪਾਉਂਦੇ ਸੀ, ਬ੍ਰੈਡ ਦੇ ਟੁਕੜੇ ਪਾਉਂਦੇ ਸੀ। She took great delight in feeding them। ਉਹਨਾਂ ਨੂੰ ਰੋਟੀ ਪਾ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਸੀ। She would feed them very lovingly। ਬੜੇ ਪਿਆਰ ਨਾਲ ਉਹਨਾਂ ਨੂੰ ਰੋਟੀ ਪਾਈ ਜਾਂਦੀ ਸੀ। Hundreds of sparrows collected around her। ਮਤਲਬ ਇੱਥੇ ਆਏਗਾ around, ਮਤਲਬ ਉਹਨਾਂ ਦੇ ਆਲੇ ਦੁਆਲੇ hundreds ਦੇ ਗਿਣਤੀ ਦੇ ਵਿੱਚ sparrows ਜਿਹੜੀ ਆ ਕੇ ਬੈਠ ਜਾਂਦੀ ਸੀ। Some sat on her legs। ਕੁਝ ਲੱਤਾਂ ਤੇ ਬੈਠਦੇ ਸੀ, ਕੁਝ shoulders ਮੋਢਿਆਂ ਤੇ and head। She would just keep smiling। ਉਹਨਾਂ ਨੂੰ ਭਜਾਉਂਦੇ ਨਹੀਂ ਸੀ, ਸਗੋਂ ਮੁਸਕਰਾਉਂਦੇ ਰਹਿੰਦੇ ਸੀ। She never shooed them away। ਕਦੇ ਭਜਾਉਂਦੇ ਨਹੀਂ ਸੀ, ਸ਼ੂ ਕਰ ਦਿੰਦੇ ਆ ਜਿਵੇਂ ਆਪਾਂ, ਉਹ ਨਹੀਂ ਕਰਦੇ ਸੀ। The sparrows also seemed to feel quite at home in her company। ਤੇ sparrows ਨੂੰ ਵੀ ਵਧੀਆ ਲੱਗਦਾ ਸੀ, ਐਵੇਂ ਲੱਗਦਾ ਸੀ ਵੀ ਅਸੀਂ ਆਪਣੇ ਘਰ 'ਚ ਹੀ ਬੈਠੇ ਹਾਂ ਜਦ ਦਾਦੀ ਜਿਹੜੀ ਆਲੇ ਦੁਆਲੇ ਹੁੰਦੀ ਸੀ ਉਹਨਾਂ ਦੇ। It used to be the happiest half hour of the day for grandmother। ਵੀ ਉਹ ਜਿਹੜਾ ਟਾਈਮ ਸੀ ਉਹ ਦਾਦੀ ਲਈ ਸਭ ਤੋਂ ਬਿਹਤਰੀਨ ਟਾਈਮ ਸੀ, ਅੱਧਾ ਘੰਟਾ ਸੀ ਦਿਨ ਦਾ। ਅੱਗੇ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ। ਗਿਵ ਅ ਬਰੀਫ ਪੈਨ ਪੋਰਟਰੇਟ ਆਫ ਦ ਗ੍ਰੈਂਡਮਦਰ। ਮਤਲਬ ਜਿਹੜੀ ਦਾਦੀ ਜੀ ਹੈਗੀ ਹੈ ਉਹਨਾਂ ਦਾ ਇੱਕ ਪੈਨ ਪੋਰਟਰੇਟ
ਤੁਸੀਂ ਦਰਸਾਣਾ। ਪੈਨ ਪੋਰਟਰੇਟ ਕਹਿਣ ਦਾ ਮਤਲਬ ਵੀ ਉਹਨਾਂ ਦਾ ਵਰਤਾਵ, ਉਹਨਾਂ ਦਾ ਕੈਰੈਕਟਰ ਕਿਹਾ ਜਿਹਾ ਸੀ, ਉਹਦੇ ਬਾਰੇ ਤੁਸੀਂ ਚਰਚਾ ਕਰਨੀ ਹੈ ਆਪਣੇ ਵਰਡਸ ਦੇ ਵਿੱਚ। ਤਾਂ ਸ਼ੁਰੂ ਕਰਦੇ ਹਾਂ। The author's grandmother was very old. ਦਾਦੀ ਬਹੁਤ ਬਜ਼ੁਰਗ ਸੀ। Her face was criss-cross of wrinkles. ਤੇ ਫੇਸ ਤੇ ਬਹੁਤ ਸਾਰੀਆਂ ਝੁਰੀਆਂ ਇਦਾਂ ਕਰਕੇ ਪਈਆਂ ਹੋਈਆਂ ਸੀ, ਲਾਈਨਾਂ। She was fat and had a little stoop, ਯਾਨੀ ਮੋਟੀ ਸੀ ਤੇ ਝੁੱਕ ਕੇ ਚੱਲਦੀ ਸੀ। She was so old that she couldn't have looked older. ਵੀ ਉਹ ਇੰਨੇ ਬਜ਼ੁਰਗ ਹੋ ਗਏ ਸੀ ਵੀ ਲੱਗਦਾ ਸੀ ਇਸ ਤੋਂ ਬਜ਼ੁਰਗ ਕੀ ਹੋਣਗੇ। The author had lived with her for 20 years. 20 ਸਾਲਾਂ ਤੋਂ author ਉਹਨਾਂ ਨਾਲ ਰਹਿ ਰਹੇ ਸੀ। She had always looked the same. ਤੇ ਉਹ ਸ਼ੁਰੂ ਤੋਂ ਹੀ ਏਦਾਂ ਦਿਖ ਰਹੀ ਸੀ। It was difficult to imagine that she had ever been young and pretty. ਮਤਲਬ imagine ਕਰਨਾ, ਸੋਚਣਾ ਬੜਾ ਮੁਸ਼ਕਿਲ ਸੀ, ਕਲਪਨਾ ਕਰਨੀ ਵੀ ਉਹ ਕਦੇ young ਰਹੇ ਹੋਣਗੇ, ਜਵਾਨ ਹੋਣਗੇ, pretty ਰਹੇ ਹੋਣਗੇ। But in spite of being so old, she looked very attractive. ਮਤਲਬ ਇੰਨਾ ਬਜ਼ੁਰਗ ਹੋਣ ਦੇ ਬਾਵਜੂਦ ਮਤਲਬ ਦਿਲ ਕਰਦਾ ਸੀ ਵੀ ਉਹਨਾਂ ਕੋਲ ਜਾਓ। She was dignified in her looks and habits. ਮਤਲਬ ਚੱਲਣਾ, ਉਹਨਾਂ ਦਾ ਦਿਖਾਵਾ, ਜਿਵੇਂ ਉਹ ਦਿਖਦੇ ਸੀ ਬੜਾ ਡਿਗਨੀਫਾਈਡ ਸੀ। ਮਤਲਬ ਇਦਾਂ ਲੱਗਦਾ ਸੀ ਵੀ ਪੜ੍ਹੇ ਲਿਖੇ ਬੰਦੇ ਦਾ ਜਿਵੇਂ ਹੁੰਦਾ ਨਾ, ਉਸ ਤਰੀਕੇ ਦਾ ਰਵੱਈਆ ਸੀ। She was deeply religious. ਮਤਲਬ ਧਰਮ ਦੇ ਵਿੱਚ ਬਹੁਤ ਮੰਨਦੇ ਸੀ। She spent most of her time saying prayers and telling the beads. ਮਤਲਬ ਮਾਲਾ ਜਪਦੇ ਰਹਿੰਦੇ ਸੀ, ਰੱਬ ਨੂੰ ਯਾਦ ਕਰਦੇ ਰਹਿੰਦੇ ਸੀ। She was fond of reading the scriptures. religious books ਵੀ ਬਹੁਤ ਪੜ੍ਹਦੇ ਸੀ। She had a kind heart. ਬਹੁਤ ਦਿਆਲੂ ਸੀ। She took great delight in feeding dogs and little birds. ਮਤਲਬ ਜਾਨਵਰਾਂ ਨੂੰ, ਪੰਛੀਆਂ ਨੂੰ ਰੋਟੀ ਪਾ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ ਉਹਨਾਂ ਨੂੰ। She dressed in spotless white ਕੱਪੜੇ ਹਮੇਸ਼ਾ ਪਾਉਂਦੇ ਸੀ ਉਹ। In her soul also she was spotless. ਮਤਲਬ ਬਾਹਰ ਪਹਿਰਾਵਾ ਤਾਂ ਚਲੋ ਚਿੱਟਾ ਸੀ, ਬਿਨਾਂ ਬੇਦਾਗ, ਪਰ ਅੰਦਰ ਜਿਹੜੀ ਆਤਮਾ ਸੀ ਉਹ ਵੀ ਬੇਦਾਗ ਸੀ। Her inner purity lent her spiritual ਪੀਸ। ਮਤਲਬ ਉਹ ਜੋ ਪਿਓਰਿਟੀ ਸੀ ਨਾ ਅੰਦਰ ਦੀ, ਉਹਦੇ ਕਰਕੇ ਇੰਨੀ ਸ਼ਾਂਤੀ ਮਹਿਸੂਸ ਹੁੰਦੀ ਸੀ ਉਹਨਾਂ ਨੂੰ। ਲਾਈਕ ਆਲ ਪਾਇਸ ਸੋਲ, ਯਾਨੀ ਜੋ ਬਹੁਤ ਸੁੱਚੇ ਸੋਲਸ ਹੈਗੇ ਨੇ, ਆਤਮਾਵਾਂ ਹੈਗੀਆਂ ਨੇ। The grandmother knew when her end was near. ਉਹਨਾਂ ਨੂੰ ਪਤਾ ਸੀ ਵੀ ਹੁਣ ਉਹਦਾ ਅੰਤ ਆ ਗਿਆ। She refused to talk to anyone. ਤੇ ਉਹਨਾਂ ਨੂੰ ਉਸ ਵੇਲੇ ਕਿਸੇ ਨਾਲ ਗੱਲਬਾਤ ਕਰਨ ਤੋਂ ਉਹਨਾਂ ਨੇ ਮਨਾ ਕਰਤਾ ਸੀ। She kept saying her prayers and telling the beads till her end. ਤੇ ਉਹਨਾਂ ਨੇ ਪ੍ਰੇਅਰਸ ਕਰਨੀਆਂ ਸ਼ੁਰੂ ਕਰਤੀਆਂ ਸੀ ਤੇ ਮਾਲਾ ਵੀ ਜਪਣੀ ਸ਼ੁਰੂ ਕਰਤੀ ਸੀ ਅਖੀਰ ਤੱਕ ਆਪਣੇ। ਅੱਗੇ ਚੱਲਦੇ ਹਾਂ। 7ਵਾਂ ਕੁਐਸਚਨ। ਰਾਈਟ ਅ ਬਰੀਫ ਨੋਟ ਔਨ ਗ੍ਰੈਂਡਮਦਰਸ ਰਿਲੇਸ਼ਨਸ਼ਿਪ ਵਿਦ ਦ ਸਪੈਰੋਸ। ਪੰਛੀਆਂ ਨਾਲ ਉਹਨਾਂ ਦਾ ਕੀ ਰਿਸ਼ਤਾ ਸੀ, ਉਹਦੇ ਤੇ ਨੋਟ ਲਿਖਣਾ। ਦੇਖੋ, ਇਨ ਦ ਸਿਟੀ ਗ੍ਰੈਂਡਮਦਰ ਯੂਜ਼ ਟੂ ਫੀਡ ਦ ਸਪੈਰੋਸ ਡੇਲੀ ਵਿਦ ਬ੍ਰੈਡ ਕ੍ਰੰਬਸ। ਸ਼ਹਿਰ ਆ ਕੇ ਉਹ ਰੋਜ਼ ਦੁਪਹਿਰ ਵੇਲੇ ਰੋਟੀ, ਬ੍ਰੈਡ ਦੇ ਛੋਟੇ ਛੋਟੇ ਟੁਕੜੇ ਪਾਉਂਦੀ ਸੀ ਸਪੈਰੋਸ ਨੂੰ। She took great delight in it. ਬਹੁਤ ਖੁਸ਼ੀ ਮਿਲਦੀ ਸੀ ਉਹਨਾਂ ਨੂੰ ਇਹ ਕਰਕੇ। She would feed the sparrows very lovingly. ਬਹੁਤ ਪਿਆਰ ਨਾਲ ਉਹਨਾਂ ਨੂੰ ਰੋਟੀ ਪਾਉਂਦੀ ਸੀ। Hundreds of sparrows collected round her. ਉਹਨਾਂ ਦੇ ਆਲੇ ਦੁਆਲੇ ਬਹੁਤ ਸਾਰੇ ਸਪੈਰੋਜ਼ ਆ ਕੇ ਬੈਠ ਜਾਂਦੇ ਸੀ। The sparrows would come and sit on her legs, shoulders and heads also. ਮਤਲਬ head also, sorry, not heads. ਵੀ ਆ ਕੇ ਉਹਨਾਂ ਦੀ ਲੱਤਾਂ ਤੇ ਬੈਠ ਜਾਣਾ, ਮੋਢਿਆਂ ਤੇ ਬੈਠ ਜਾਣਾ, ਸਿਰ ਤੇ ਬੈਠ ਜਾਣਾ। But the old women never shooed them away. ਉਹ ਕਦੇ ਉਹਨਾਂ ਨੂੰ ਭਜਾਉਂਦੀ ਨਹੀਂ ਸੀ। The little birds too loved her. ਤੇ ਛੋਟੇ ਪੰਛੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ। They seemed to enjoy her company. ਏਦਾਂ ਲੱਗਦਾ ਸੀ ਵੀ ਉਹਨਾਂ ਦੀ ਕੰਪਨੀ ਇੰਜੋਏ ਕਰ ਰਹੇ ਨੇ। When grandmother died, the sparrows were full of grief. ਜਦ ਦਾਦੀ ਪੂਰੇ ਹੋ ਗਏ ਤਾਂ ਪੰਛੀਆਂ ਨੂੰ ਬਹੁਤ ਮਤਲਬ ਦੁੱਖ ਹੋਇਆ, ਮਤਲਬ ਅੰਦਰੋਂ। Thousands of sparrows came to the place where grandmother lay dead. ਉਸ ਥਾਂ ਤੇ ਜਿੱਥੇ ਉਹਨਾਂ ਦੀ ਡੈਡ ਬੋਡੀ ਪਈ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਉਹ ਪੰਛੀ ਆ ਕੇ ਬੈਠ ਗਏ ਸੀ ਸ਼ਾਂਤੀ ਨਾਲ। They were all very quiet. ਬਹੁਤ ਸ਼ਾਂਤ ਸੀ ਉਸ ਦਿਨ, ਚਰਪ ਨਹੀਂ ਕਰ ਰਹੇ ਸੀ। They did not chirp at all. The author's mother threw some crumbs to them. ਤੇ ਮਾਤਾ ਜੀ ਨੇ ਜਦ ਦੇਖਿਆ ਤਾਂ ਉਹਨਾਂ ਵੱਲ ਕੁਝ ਬ੍ਰੈਡ ਦੇ crumbs ਵੀ ਸਿੱਟੇ ਵੀ ਖਾ ਲੈਣਗੇ। But they did not touch them even. ਮਤਲਬ ਉਹਨਾਂ ਨੇ ਉਹ ਛੂਏ ਵੀ ਨਹੀਂ। They flew away quietly when grandmother's dead body was carried off for cremation. ਤੇ ਜਦ ਦਾਦੀ ਦੀ ਬੋਡੀ ਲੈ ਕੇ ਜਾ ਰਹੇ ਸੀ ਤਾਂ ਉਹ ਚੁੱਪਚਾਪ ਸਾਰੇ ਪੰਛੀ ਉੱਥੋਂ ਉੱਡ ਗਏ। ਅੱਗੇ ਚੱਲਦੇ ਹਾਂ। ਦੂਜਾ ਕੁਐਸਚਨ, ਵੋਕੈਬੂਲਰੀ ਪ੍ਰੈਕਟਿਸ।
मैच करना है इत्थे जिहड़े वर्ड्स दिते हुए विद देयर एंटोनिम्स, कहने दा मतलब ऑपोजिट मीनिंग वाले वर्ड्स दे नाल इत्थे जिहड़े दिते हुए हैं। जिवें पहला हैगा प्रिटी, सोहना, उस तो उल्टा की होएगा? अगली, जिहड़ा सोहना नहीं हैगा। दूजा एब्सर्ड यानी बेतुका, इहदा उल्टा जिहड़ा हैगा वो आएगा रैशनल यानी जिहदे सेंस होए। उस तो बाद अनटाइडी यानी बेढंगा, ਇਹਦਾ उल्टा आ जाएगा, ਤੁਸੀਂ कह सकते हो नीट या स्मार्ट लुकिंग, सोना। डिस्ट्रेस्ड दुखी, हैप्पी खुश। श्योर जब ਤੁਸੀਂ किसी चीज ਤੇ यकीन करते हो, ਇਹਦਾ उल्टा डाउटफुल। मोइस्ट गीला, ड्राई सुक्का। फ्रिवलस फजूल, इस तो उल्टा सीरियस कुछ जरूरी। क्वाइटली शांति नाल। नॉइजीली मतलब बहुत शोर शराबा करके। वेस्टर्न आप ये कह सकते हैं पश्चिमी। ईस्टर्न पूर्वी। स्टेल पुराना ते फ्रैश एदा उल्टा हो जाएगा। आगे कहा गया है फॉर्म वर्ब्स फ्रॉम द फॉलोइंग वर्ड्स। ये वर्ड्स दिते गए ना तो वर्ब बनाने, जिवें तुसी कह सकते हो बिलीफ, एदा जिहड़ा वर्ब होएगा वो हो जाएगा बिलीव। knowledge know, prayer pray, food feed, association ये मैं इत्थे लिख दी है, एसोसिएशन का आ जाएगा एसोसिएट। डिसीजन दे सामने इत्थे डिसाइड, ये तुसी देख लियो कीदा हैगा, फूड दा इत्थे। अराइवल दा हो जाएगा अराइव। सस्पिशन दा सस्पेक्ट। स्वीपर दा स्वीप। श्योर दा एश्योर। ग्रामर एक्सरसाइज, fill in the blank with suitable determiners। देखो हुण डिटर्मिनर्स की हुंदे ने, वो अलग अलग टाइप दी चीज़ां हुंदियां ने। मैं तुहानूं उदां दस दिंदी हां भी डिटर्मिनर्स दे विच किहड़ी गल्लां आ जांदियां। उहदे विच आर्टिकल्स आ जांदे ने, तुसीं पढ़िया होना, जिवें ए एन द आ जांदा है। ਉਹਦੇ ਵਿੱਚ ਪੋਜੈਸ਼ਨਸ ਬਾਰੇ ਆ ਜਾਂਦਾ ਹੈ, ਜਿਵੇਂ ਮਾਈ ਆਰ योर, ਉਹ ਡਿਟਰਮੀਨਰਸ ਹੁੰਦੇ ਨੇ। ਉਸ ਤੋਂ ਇਲਾਵਾ ਨੰਬਰਸ ਆ ਜਾਂਦੇ ਉਹਦੇ ਵਿੱਚ 1 2 3 ਜਾਂ ਦਿਸ ਦੈਟ, ਉਹ ਵੀ ਡਿਟਰਮੀਨਰਸ ਹੁੰਦਾ। ਬੇਸਿਕਲੀ ਇੱਕ ਨਾउन ਤੋਂ ਪਹਿਲਾਂ ਜਿਹੜਾ ਵਰਡ ਆਂਦਾ ਹੈ, ਠੀਕ ਹੈ, ਬਿਫੋਰ ਅ ਨਾउन ਜੋ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ, ਜਿਵੇਂ ਕਿ ਕਿਸ ਦੀ ਉਹ ਚੀਜ਼ ਹੈਗੀ ਹੈ, ਕੁਝ ਸਪੈਸੀਫਿਕ ਡਿਟੇਲ ਦਿੰਦਾ ਹੈ, ਕੁਆਂਟੀਟੀ ਪ੍ਰੋਵਾਈਡ ਕਰਦਾ ਹੈ, ਨਾउन ਤੋਂ ਪਹਿਲਾਂ ਆਂਦਾ, ਉਹਨੂੰ ਆਪਾਂ ਡਿਟਰਮੀਨਰ ਕਹਿੰਦੇ। जिवें पहला हैगा डैश ऑफ अस वर कॉन्स्टेंटली टुगेदर, इत्थे आएगा बोथ, असी दोवें लगातार इकट्ठे सी। शी टोल्ड मी अबाउट द गेम्स शी यूज्ड टू प्ले एज अ चाइल्ड, एक ही हैगा एक आर्टिकल डिटर्मिनर्स दे विच। अगला डैश पेरेंट्स लेफ्ट मी विद ग्रैंडमदर वी, माय पेरेंट्स मेरे माँ बाप ने मैनू मेरी दादी नाल छड्डिया सी। डैश ड्रॉप ऑफ वाटर इज प्रेशियस एवरी, हर ड्रॉप ऑफ वाटर जिहड़ा बहुत प्रेशियस है। ये डिटर्मिनर्स की एक टाइप है जिन्होंने क्वांटिफायर्स कहते हैं, ठीक है। ये जिहड़ी कैटेगरी है इन्हां नूं पोजेसिव्स कहते हैं, डिटर्मिनर्स की कैटेगरी है। अगला we hear dash amazing success stories but we refuse to acknowledge them, we hear many, बहुत सारी सक्सेस स्टोरी, ये भी एक तरीके का क्वांटिफायर। आगे फिल इन ईच ऑफ द ब्लैंक विद सूटेबल मॉडल्स। हुण ये मॉडल्स की हुंदे ने, इन्हां बारे में मैं तुहानूं थोड़ी जी इंफॉर्मेशन दे दिंदी हां। कुछ वर्ड्स जिहड़े कि तुसीं ये कह सकते हो किसी दी क्षमता एबिलिटी बारे जानकारी दिंदे हैं। पॉसिबिलिटी भी ये चीज़ हो सकती है, ਉਹਦੇ बारे जानकारी दिंदे हैं। परमिशन बारे ਤੁਹਾਨੂੰ ਦੱਸਦੇ ਨੇ भी हाँ मिल गई परमिशन या नहीं मिली, या कोई ऑब्लिगेशन भी करना ही करना है ये काम, वो मॉडल्स होंगे ने। जिवें कैन हो गया, जिवें कुड हो गया, मे हो गया, माइट हो गया, शैल हो गया, शुड हो गया, विल हो गया, मस्ट हो गया, वुड हो गया, बहुत सारे इन्हां विच एग्जाम्पल्स आ जाते हैं, ठीक है। हुण आपां एक्सरसाइज ट्राई करते हैं।
पहला हैगा आई डिड नॉट नो हु हेडेड टेलको, आई थॉट इट ਮਸਟ ਬੀ ਵਨ ਆਫ ਦ ਟਾਟਾਸ। ਵੀ ਮੈਨੂੰ ਸ਼ੁਰੂ ਤੋਂ ਨਹੀਂ ਪਤਾ ਸੀ ਵੀ ਟੈਲਕੋ ਨੂੰ ਕੌਣ ਹੈਡ ਕਰ ਰਿਹਾ, ਮੈਨੂੰ ਇਹ ਲੱਗ ਰਿਹਾ ਸੀ ਵੀ ਜ਼ਰੂਰ ਟਾਟਾਸ ਹੀ ਹੋਣਗੇ। ਹੁਣ ਮੈਂ ਤੁਹਾਨੂੰ ਦੱਸ ਦਿੰਦੀ ਆ ਮਸਟ ਆਪਾਂ ਕਦ ਯੂਜ਼ ਕਰਦੇ। ਦੇਖੋ ਮਸਟ ਆਪਾਂ ਯੂਜ਼ ਕਰਦੇ ਆ ਜਦ ਕੋਈ ਆਪਾਂ ਚੀਜ਼ ਲਈ 100% ਸ਼ੋਰ ਹੁੰਦੇ ਆ ਵੀ ਹੈ ਹੀ ਹੈਗਾ, ਇਹੀ ਹੋ ਸਕਦਾ ਹੈ, ਤਾਂ ਆਪਾਂ ਮਸਟ ਯੂਜ਼ ਕਰੀਦਾ। ਠੀਕ ਹੈ। ਅਗਲਾ, the film dash to be a great success, the film ought to be a great success। टू लिखिया हुआ थे ought आ जाएगा। देखो ਆਪਾਂ ਹੁਣ मैं दस ਦਿੰਦੀ ਆ ought, OUGHT, ought to कद यूज करते हैं जो ਤੁਹਾਨੂੰ ਲੱਗਦਾ ਹੈ ਰਾਈਟ ਹੈਗਾ, ਜੋ ਤੁਹਾਨੂੰ ਲੱਗਦਾ ਹੈ ਕਰੈਕਟ ਹੈਗਾ, ਵੀ ਇਹੀ ਸਹੀ ਹੈ, ਇਹੀ ਹੋਣਾ ਚਾਹੀਦਾ। या तुसी ये कह सकते हो भी स्ट्रिक्टली जब तुसी रेकमेंड करना है किसी ਨੂੰ ਵੀ ਇਹ ਕਰਨਾ ਹੀ ਕਰਨਾ ਹੈ ਤਾਂ ਤੁਸੀਂ ought to ਕਹਿੰਦੇ ਹੋ, ਵੀ ਪੱਕਾ ਕਰਨਾ ਹੀ ਕਰਨਾ ਹੈ ਤਾਂ ਆਪਾਂ ought to ਦੀ यूज करते हैं। अगला, my hostel mates told me I should use the opportunity to go to पुणे, भी मैनू ये opportunity यूज करनी चाहिए है पुणे जाने ਲਈ। ਹੁਣ should किथे यूज किया जाता है जब कोई necessity ਹੁੰਦਾ है भी करो ही करो, या किसी ਨੂੰ चलो एडवाइस देना है ਤਾਂ ਆਪਾਂ शुड करने हैं, या किसी ਨੂੰ ਰეკਮੈਂਡੇਸ਼ਨ ਦੇਣੀ ਹੈ ਵੀ ਹਾਂ ਯਾਰ ਉਹ ਹੋਟਲ ਜਾ ਕੇ ਨਾ ਜ਼ਰੂਰ ਟਰਾਈ ਕਰੀ, ਉੱਥੇ ਦਾ ਖਾਣਾ ਬਹੁਤ ਵਧੀਆ, ਯੂ शुड ट्राई इट। ठीक है। या ਨੈਸੈਸਿਟੀ ਹੈ ਵੀ ਹਾਂ ਬਈ ਹੋਣਾ ਹੀ ਹੋਣਾ, ਉਸ ਵੇਲੇ ਆਪਾਂ शुड यूज करते हैं। ठीक है। सुजैशन देना, सुझाव देना, पोलाइटली कोई कहना या कोई ऑब्लिगेशन करना। ता अगला, she dash never have been pretty, she could have never been pretty। ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਵੀ ਚਲੋ could ਕਿੱਥੇ ਯੂਜ਼ ਹੁੰਦਾ ਹੈ, ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। could ਯੂਜ਼ ਹੁੰਦਾ ਹੈ ਜਦ ਤੁਸੀਂ ਕਹੋ ਕਿਸੇ ਚੀਜ਼ ਦੀ ਤੁਹਾਨੂੰ ਪੋਸਿਬਿਲਿਟੀ ਲੱਗਦੀ ਹੈ ਪਾਸਟ ਦੇ ਵਿੱਚ, ਪਹਿਲਾਂ ਕੋਈ ਚੀਜ਼ ਹੋਈ ਹੋਣੀ ਉਸ ਬਾਰੇ ਪੋਸਿਬਿਲਿਟੀ ਲੱਗਦੀ ਹੈ। ਕੈਨ ਹੁੰਦਾ ਜੋ ਪੋਸਿਬਿਲਿਟੀ ਹੈ ਪ੍ਰੈਜ਼ੈਂਟ ਦੇ ਵਿੱਚ, ਹੁਣ ਦੇ ਵਿੱਚ। could पास ਦੇ ਵਿੱਚ ਜਦ ਕੋਈ ਪੋਸਿਬਿਲਿਟੀ ਤੁਹਾਨੂੰ ਲੱਗਦੀ ਹੈ। ਅੱਗੇ, you dash start somewhere otherwise no women will ever be able to work in your factories। ਇੱਥੇ ਆਏਗਾ you must, ਕਿਤੋਂ ਤਾਂ ਸ਼ੁਰੂ ਕਰੋ otherwise ਕੋਈ ਵੀ women, ਕੋਈ ਵੀ ਔਰਤ ਤੁਹਾਡੀ ਫੈਕਟਰੀਜ਼ ਦੇ ਵਿੱਚ ਆ ਕੇ ਕੰਮ ਨਹੀਂ ਕਰ ਪਾਏਗੀ। ਹੁਣ ਦੁਬਾਰਾ ਦੇਖ ਲੈਂਦੇ ਆ ਵੀ must ਆਪਾਂ ਕਿੱਥੇ ਯੂਜ਼ ਕਰਦੇ ਹਾਂ। ਦੇਖੋ ਇੱਥੇ ਮੈਂ ਲਿਖਦੀ ਹਾਂ मस्ट यूज किया जाता है जब ऑब्लिगेशन दसना हो भी ये तो थोड़ी ड्यूटी है, ये तो थोड़ा ऑब्लिगेशन है भी करो ही करो, या कोई चीज तुसी स्ट्रोंगली बहुत जोर दे के कोई रेकमेंड करनी होए तो आपां मस्ट यूज करते हैं। जिवें मैं कहां चलो वी मस्ट गेट टुगेदर फॉर डिनर, भी सानू इकट्ठे होना चाहिए है जी डिनर लिए। ठीक है। आगे चलते हैं नेक्स्ट, तीजा, डू एज डायरेक्टेड। I was too scared to go to meet Mr. JRD Tata। ਇਹਨਾਂ ਨੂੰ ਰੀਰਾਈਟ ਕਰਨਾ ਸੈਂਟੈਂਸ ਨੂੰ, ਟੂ ਨੂੰ ਹਟਾਣਾ ਇੱਥੋਂ। ਇਸ ਸੈਂਟੈਂਸ ਦੇ ਵਿੱਚ ਵੀ ਟੂ ਨੂੰ ਹਟਾਣਾ, ਸਾਰੇ ਸੈਂਟੈਂਸਸ ਦੇ ਵਿੱਚ ਟੂ ਨੂੰ ਹਟਾ ਕੇ ਰੀਰਾਈਟ ਕਰਨਾ, ਦੁਬਾਰਾ ਲਿਖਣਾ। ਜਿਵੇਂ ਪਹਿਲਾ ਸੈਂਟੈਂਸ ਹੈ I was too scared to go to meet Mr. JRD Tata, ਇਹਦਾ ਬਣੇਗਾ I was so scared that I could not go to meet Mr. JRD Tata। ਉਵੇਂ ਹੀ दूजा सेंटेंस है she was too old to have grown older, she was too old that she could not look older। इस तो ज्यादा बुजुर्ग की लगेंगे। तीजा, we are so lazy that we do not care to lift the garbage lying around us। ਅਸੀਂ बहुत lazy हो जाते हैं, आले दुआले ਜਿਹੜਾ ਕੂੜਾ ਪਿਆ ਉਹ ਵੀ ਨਹੀਂ ਚੱਕਦੇ। ਇੱਥੇ ਆਏਗਾ we become too lazy to care to lift the garbage lying around us। चौथा, Major Somnath was too brave to quit even the face of heavy firing। Major Somnath was so brave that he did not quit even in the face of heavy firing। भी उन्होंने quit नहीं किया जब ताबड़तोड़ गोलियां चल रही सी। अगला, I am not too sure about it, I am not so very sure about it। मैं इस बारे पक्का कुछ कह नहीं सकती। आगे चलते हैं, practice in spoken English, यानी spoken English ਦੇ ਵਿੱਚ ਆਪਾਂ ਪ੍ਰੈਕਟਿਸ ਕਰਨਾ ਹੈ ਕੁਝ ਚੀਜ਼ਾਂ ਨੂੰ। Key to phonetic symbols, पहला get,
join, then, ship, yes, chain, long, then, measure, weep, part, root, play, boy, bit, hot, but, go, hair, pet, coat, bird, buy, pair, bat, put, away, cow, pour. Again, say the following words aloud. Heart, hurt, pass, purse, star, stir, cart, curt, farm, firm, far, fur, card, curd, father, further, hard, heard, heard, fast, first. Again, say the following words aloud as the teacher says. ਜਿਵੇਂ teacher ਪੜਨਗੇ ਤੁਸੀਂ ਵੀ ਇਹ ਜਿਹੜੇ words ਹੈਗੇ ਨੇ ਇਹਨਾਂ ਨੂੰ ਪੜਨਾ ਹੈ। तो चलो शुरू करते हैं। सब तो पहले है queen, iron, R silent है, रूमा, आगे, balcony, sword, bury, tomb, B silent, yak, आगे, menu, adjust, D silent। ਤੇ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਬੋਲਣਾ ਆ ਗਿਆ ਹੋਵੇਗਾ ਕਿਹੜੇ ਵਰਡ ਸਾਇਲੈਂਟ ਹੈਗੇ ਨੇ। ਤੇ ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਟਿਲ ਦੈਨ ਟੇਕ ਕੇਅਰ, ਬਾਏ ਬਾਏ।